20 प्लस 25 प्लस हो गए। क्रॉस जानवर ਜਿਹੜਾ ਨਾ ਦੁੱਧ ਤੇ ਦਿੰਦਾ लेकिन ਉਹਦੀ ਲਿਮਟ ਘੱਟ ਹੈ। कम से कम को 1.5-2 लाख रुपए ਦੀ ਵੱਛੀ ਤੇ ਲਏਗਾ। ठीक हो गया। अगर तुम साल डेढ़ पाल लोगे तो समझो भी कमो पेश 5 लाख 6 लाख की वैड हैगी। लेकिन वो 1.5 साल ਵਿੱਚ अगर वो बच्चियां प्रेगनेंट हो जानियां मतलब तैयार हो जानियां ने गबना कम से कम ओदा समझो भी कोई। बिस्मिल्लाहिर्रहमानिर्रहीम। अस्सलाम वालेकुम फ्रेंड्स, कैसे हैं आप सब लोग? उम्मीद करता हूँ आप सब लोग खैर खैरियत से होंगे। मैं हूं शेख अब्बास और आप देख रहे हैं मेरा यूट्यूब चैनल। तो फ्रेंड्स, आज हम एक और डेयरी फार्म पे मौजूद हैं। उनके ऑनर हमारे साथ हैं, उनसे आपकी मुलाकात करवाएंगे और उनसे पूछेंगे कि ये काम करते उन्हें कितना अरसा हो गया। अस्सलाम वालेकुम सर जी। वालेकुम अस्सलाम। क्या हाल चाल है सर? शुक्र है जी। सर सब तो पहले तो अपना नाम और अपने फार्म की लोकेशन दस दो। मेरा नाम है जी गोगा गिल। माशाल्लाह। फार्म का इत्थे हैगा खून बख्शाला मुल्तान। हाँ जी। ठीक हो गया सर। काम करते हुए कितना अरसा हो गया? कम से कम 15 साल तो हो गए। माशाल्लाह, जबरदस्त। हाँ जी। अच्छा सर, अपने को ਜਿਹੜੀਆਂ इस टाइम गायियां नजर आ रही हैं, केड़ी नस्ल ਦੀਆਂ गायियां? क्रॉस ਵਿੱਚ ਵੀ ਹੈ ਨੇ, ਕੋਈ 2-4 इंपोर्टेड भी है ने, ज्यादा फ्रीजन ਵਿੱਚ ਨੇ। अच्छा, फ्रीजन क्रॉस ਵਿੱਚ ਨੇ। हाँ जी। ठीक हो गया। अच्छा सर, ਹੁਣ ਇਹ ਦੱਸੋ ਕਿ फ्रीजन क्रॉस ਚ ਰੱਖਣ ਦੀ ਵਜ੍ਹਾ ਕੀ ਹੈ? ਇਹਨਾਂ ਦੀ ਵਜ੍ਹਾ ਇਹ ਆ ਵੀ ਇਹਨਾਂ ਦਾ ਦੁੱਧ ਦੀ ਐਵਰੇਜ ਜ਼ਿਆਦਾ ਹੁੰਦੀ ਹੈ। ठीक हो गया। ਇਹ ਆ ਵੀ ਸਭ ਸੁਬਾ ਜਿਹੜਾ ਵਾ ਸਾਲਮ ਦੁੱਧ ਜ਼ਿਆਦਾ ਦੇਣੀਆਂ ਨੇ। ਮੈਕਸਿਮਮ ਇਹ ਆ ਵੀ 8-9 ਮਹੀਨੇ ਤੱਕ ਪਿਆ ਜਾਂਦੀਆਂ। ਜਿਹੜੀ ਕਰਾਸ ਵਾਲਾ ਜਾਨਵਰ ਹੈ ਇਹ ਜਿਹੜਾ ਜ਼ਿਆਦਾ ਦੁੱਧ ਤੋੜਦੀਆਂ ਨੇ। ठीक हो गया। मतलब ਦੁੱਧ ਜ਼ਿਆਦਾ ਰੇਂਜ ਨਹੀਂ ਦੇਣੀਆਂ। ਇਹਨਾਂ ਦਾ ਦੁੱਧ ਚੰਗਾ ਹੁੰਦਾ, ਫਿਰ ਅੱਗੇ ਬਰੀਡ ਅੱਛੀ ਹੈ। ਸਹੀ ਹੈ। ਮਹਿੰਗਾਈ ਦਾ ਦੌਰ ਹੈ, ਤੁਹਾਨੂੰ ਪਤਾ ਸਰ। ਬਿਲਕੁਲ ਬਿਲਕੁਲ। ਹਾਂਜੀ। ਅੱਛਾ ਸਰ, ਆਪਣੇ ਕੋਲ ਜਿਹੜੀ ਇਸ ਟਾਈਮ ਗਾਈਆਂ ਐਵਰੇਜ ਦੁੱਧ ਪਰ ਡੇ ਕਿੰਨਾ ਦੇ ਰਹੀਆਂ ਤੁਹਾਨੂੰ? ਸਰ 20 ਪਲੱਸ ਵੀ ਹੈ ਨੇ 20 kg। ਠੀਕ ਹੋ ਗਿਆ। 20 ਤੋਂ ਥੱਲੇ ਵੀ ਹੈਗੀਆਂ ਨੇ, ਕੋਈ 25 ਪਲੱਸ ਵੀ ਹੈ ਨੇ। ਹਰ ਜਾਨਵਰ ਦਾ ਆਪਣਾ ਹਿਸਾਬ ਹੈ ਨਾ। ठीक हो गया। मतलब ज्यादा यानी कि ਤੁਹਾਡੇ ਕੋਲ 20 ਤੋਂ 25 ਦੇ ਦਰਮਿਆਨ ਜਿਹੜਾ ਦੁੱਧ ਵਾਲੀਆਂ ਐਵਰੇਜ ਵਾਲੀਆਂ ਗਾਈਆਂ? ਹਾਂਜੀ ਹੈਗੀਆਂ ਨੇ। ਠੀਕ ਹੋ ਗਿਆ। ਤੇ ਸਰ ਇਹਨਾਂ ਦਾ ਜਿਹੜਾ ਖਰਚਾ ਅਗਰ ਕਹੀਏ ਇੱਕ ਦਿਨ ਚ, ਉਹ ਕਿੰਨਾ ਇੱਕ ਗਾਂ ਕਰ ਰਹੀ ਹੈ? ਖਰਚਾ ਖਵਾਉਣ ਦਿਓ ਜਿਹੜੀ 20 ਪਲੱਸ ਦਿੰਦੀ ਹੈ ਜੀ, ਕਮ ਸੇ ਕਮ 5 ਕਿਲੋ ਤੇ ਵੰਡਾ ਖਾ ਜਾਂਦੀ ਹੈ। ਠੀਕ ਹੋ ਗਿਆ। ਇੱਕ ਮਣ ਸੈਲਰੀ ਖਾ ਜਾਂਦੀ ਆ, ਤੁਸੀਂ ਸਮਝੋ 20 ਕਿਲੋ ਟੋਕਾ ਲਾ ਲਓ, ਪੱਠੇ ਵਗੈਰਾ ਵੀ ਖਾ ਜਾਂਦੀ ਹੈ। ਠੀਕ ਹੋ ਗਿਆ। ਹਾਂਜੀ। ਇੱਕ ਮਣ ਸੈਲਜ ਦੱਸਿਆ ਤੁਸੀਂ ਤੇ 5 ਕਿਲੋ ਵੰਡਾ। ਹਾਂਜੀ। ਤੇ ਸਰ ਸੈਲਜ ਆਪਣਾ ਤਿਆਰ ਕਰ ਰਹੇ ਹੋ? ਹਾਂਜੀ। ਸੈਲਜ ਦਾ ਕੀ ਰੇਟ ਪੈ ਰਿਹਾ ਤੁਹਾਨੂੰ ਇੱਕ ਮਣ ਦਾ? ਸਾਨੂੰ ਪੈ ਜਾਂਦਾ 350 ਨਾਲ। ਤੇ ਵੰਡਾ ਵੀ ਆਪਣਾ ਤਿਆਰ ਕਰ ਰਹੇ? ਨਹੀਂ, ਵੰਡਾ ਮੁੱਲ ਲੈ ਰਹੇ ਹਾਂ। ਅੱਛਾ, ਮੁੱਲ ਲੈ ਰਹੇ ਹੋ। ਤੇ ਸਰ ਅਗਰ ਖਰਚਾ ਪੁੱਛੀਏ ਪਰ ਡੇ ਇੱਕ ਗਾਂ ਤੇ ਕਿੰਨਾ ਹੋ ਰਿਹਾ? ਗਾਂ ਦੇ ਖਰਚਾ ਵੇਖੋ ਵੀ ਇੱਕ ਗਾਂ 1000 ਰੁਪਏ ਡੇਲੀ ਖਾ ਰਹੀ ਹੈ। ਠੀਕ ਹੋ ਗਿਆ। ਉਹਦੀ ਔਸਤ ਹੈਗੀ 3000 ਦੀ, ਉਹ 2000 ਰੁਪਏ ਦੇ ਰਹੀ। ਇੱਕ ਦੂਸਰੀ ਉਹ ਵੀ 1000 ਰੁਪਏ ਖਾ ਰਹੀ ਹੈ, ਉਹ 2000 ਵਿੱਚ 2000 ਬਚਾ ਰਹੀ। ਕੋਈ ਪੂਰੇ ਵੀ ਕਰ ਰਹੀ ਹੈ। लेकिन ये भी जड़ियां ज्यादा इंपोर्टेड गावां ने जिन्हां दी 20 प्लस एवरेज है वो 2000 पर डे बचाउंदियां, कोई 1500 भी बचाउंदी है। ठीक हो गया। ये ਜਿਹੜੇ ਲੋग ਆ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ ਕਿ ਉਹ ਕਿਹੜੀ ਨਸਲ ਦੀ ਗਾਂ ਰੱਖਣ? ਅਸਾਂ ਤੇ ਆਖਾਂਗੇ ਵੀ ਕੋਈ ਚੰਗੀ ਨਸਲ ਦੀ ਰੱਖਣ। ਕਮ ਸੇ ਕਮ ਜਿਹੜਾ ਨਾ 20 ਪਲੱਸ 25 ਪਲੱਸ ਹੋਵੇ। ਕਰਾਸ ਜਾਨਵਰ ਜਿਹੜਾ ਨਾ ਦੁੱਧ ਤੇ ਦਿੰਦਾ लेकिन ਉਹਦੀ ਲਿਮਟ ਘੱਟ ਹੈ। ਠੀਕ ਹੈ। ਜਿਹੜਾ ਵੀ ਰੱਖੇ ਨਾ ਕੋਈ ਚੰਗੀ ਨਸਲ ਦਾ ਰੱਖੇ, ਮਤਲਬ 20 ਪਲੱਸ 25 ਪਲੱਸ ਲਾ ਲਓ। ਜਿਹੜੀ ਮਹਿੰਗਾਈ ਦਾ ਦੌਰ ਹੈ ਵੀ ਆਮ ਜਾਨਵਰ ਛੋਟਾ ਜਾਨਵਰ ਰੱਖਣ ਦਾ ਕੋਈ ਫਾਇਦਾ ਕੋਈ ਨਹੀਂ। ਜਿਹੜੀ 10 ਕਿਲੋ ਜਾਂ 12 ਕਿਲੋ ਦਵੇ ਨਾ ਉਹਦੀ ਔਸਤ ਐਵਰੇਜ ਮਾਲਕ ਨੂੰ ਨੁਕਸਾਨ ਹੀ ਹੈ ਸਾਡੇ ਵੇਖਣ ਮੁਤਾਬਕ। ਤੇ ਸਰ ਜਿਹੜਾ 25 ਕਿਲੋ ਤੁਸੀਂ ਦੱਸ ਰਹੇ ਹੋ ਇੱਕ ਗਾਂ ਦੁੱਧ ਦੇ ਰਹੀ ਹੈ, ਹਾਂਜੀ, ਉਹ ਮੈਕਸਿਮਮ ਹੁੰਦਾ ਅੱਜ ਦੇ ਰੇਟ ਕੀ ਹੈ ਇੱਕ ਗਾਂ ਦਾ? ਜਿਹੜੀ 25 ਪਲੱਸ ਹੈ ਜਾਂ 20 ਪਲੱਸ ਹੈ ਨਾ, ਉਹ ਤੁਹਾਨੂੰ 4 ਲੱਖ ਦੀ ਮਿਲੇਗੀ, ਉਹ ਤੁਹਾਨੂੰ 6 ਲੱਖ ਦੀ ਮਿਲੇਗੀ, ਉਹ ਤੁਹਾਨੂੰ 7 ਲੱਖ ਦੀ ਮਿਲ ਸਕਦੀ। ਉਹਦੇ ਫਰਕ ਕੀ ਹੈ ਸਰ? ਹਰ ਜਾਨਵਰ ਦਾ ਆਪੋ ਆਪਣਾ ਹਿਸਾਬ ਹੈ ਨਾ। ਠੀਕ ਹੋ ਗਿਆ। ਜਾਨਵਰ ਨਸਲ ਤੇ ਹੈ, ਫਿਰ ਜਾਨਵਰ ਦੇ ਆਖਰ ਜਿਵੇਂ ਕਦਵਾਰ ਜਾਨਵਰ ਹੁੰਦਾ, ਜਾਨਵਰ ਇੱਕ ਤੁਹਾਨੂੰ ਸਸਤਾ ਵੀ ਮਿਲ ਜਾਂਦਾ, ਉਹ 20 ਪਲੱਸ ਦੇ ਦਿੰਦਾ। ਕੋਈ ਤੁਹਾਨੂੰ ਮਹਿੰਗਾ ਮਿਲਦਾ। ਆਖਰ ਜਿਹੜਾ ਅਸਲ ਰੇਟ ਹੈ ਨਾ 20 ਪਲੱਸ ਦੇਗੀ ਉਹ 5 ਲੱਖ ਕਰਾਸ ਹੀ ਮਿਲੇਗੀ ਅਗਰ ਜਾਨਵਰ ਪਿਓਰਟੀ ਚ ਹੋਏਗਾ। ਅਗਰ ਕਰਾਸ ਹੋਏਗਾ ਤੇ ਉਹ ਤੁਹਾਨੂੰ 5 ਲੱਖ ਤੋਂ ਥੱਲੇ ਮਿਲ ਜਾਏਗੀ। ਸਹੀ। लेकिन ये भी अच्छे जानवर का इंतखाब करोगे तो मेरा ख्याल ਤੁਹਾਨੂੰ फायदा है। अच्छा सर, ਹੁਣ ਜਿਹੜਾ ਮਹਿੰਗਾਈ ਦਾ ਦੌਰ ਹੈ, ਕਿਸੇ ਭਾਈ ਨੇ ਸਟਾਰਟ ਕਰਨਾ ਹੈ, ਉਹਨਾਂ ਕੋਲ ਇੰਨੀ ਇਨਵੈਸਟਮੈਂਟ ਨਹੀਂ ਹੈ ਕਿ ਉਹ ਤਿਆਰ ਗਾਂ ਲੈਣ। ਅਗਰ ਉਹ ਮਤਲਬ ਅੱਛੀਆਂ ਲੈਣਾ ਚਾਹਣ, ਅੱਛੀ ਨਸਲ ਦੀਆਂ, ਤੇ ਉਹਨਾਂ ਨੂੰ ਤਿਆਰ ਕਰਨ ਉਹ ਕੀ ਬਿਹਤਰ ਹੈ ਜਾਂ ਦੁੱਧ ਵਾਲੀਆਂ ਹੀ ਲੈਣੀਆਂ ਚਾਹੀਦੀਆਂ? ਅਗਰ ਤੇ ਭਾਈ ਜੀ ਉਹਦੇ ਕੋਲ ਪੈਸਾ ਹੈ ਵਾ, ਠੀਕ ਹੈ, ਉਹ 10-20 ਲੱਖ ਰੁਪਏ ਇਨਵੈਸਟਮੈਂਟ ਕਰ ਸਕਦਾ, ਸਾਲ ਚਾਰਾ ਖਵਾ ਸਕਦਾ ਹੈ, ਠੀਕ ਹੈ, ਤੇ ਉਹ ਕਮ ਸੇ ਕਮ ਕੋਈ 1.5-2 ਲੱਖ ਰੁਪਏ ਦੀ ਵੱਛੀ ਤੇ ਲਏਗਾ। ठीक हो गया। अगर तुम साल डेढ़ पाल लोगे तो समझो भी कमो पेश 5 लाख 6 लाख की वैड हैगी। ठीक है। ਉਹਦੇ ਅਗਰ ਸਾਲ ਚਾਰਾ ਖਵਾ ਸਕੇ ਉਹ ਵੀ ਬੈਸਟ ਹੈ। ਸਾਨੂੰ ਇੱਕ ਫਾਰਮਰ ਦਾ ਸ਼ੌਕ ਹੈ ਵੀ ਦੁੱਧ ਦਾ ਹੀ। ਅਗਰ ਅਸੀਂ ਵੱਛੀਆਂ ਪਾਲੀ ਜਾਂ ਵੱਛੇ ਵਗੈਰਾ ਪਾਲੀ ਉਹ ਵੀ ਉਹ ਤੇ ਇਨਵੈਸਟਮੈਂਟ ਤੇ ਆਪਣੀ ਬਿਲਕੁਲ ਬਿਲਕੁਲ। ਲੇਕਿਨ ਇਹ ਵੀ ਅੱਛੀ ਨਸਲ ਦੀ ਲੋਗੇ ਉਹ ਤੁਹਾਨੂੰ ਪ੍ਰਾਪਤ ਸਾਲ ਬਾਅਦ ਤੁਹਾਡੀ ਕਮੇਟੀ ਹੈ। ਨਹੀਂ, ਮੇਰੇ ਕਹਿਣ ਦਾ ਮਕਸਦ ਹੈ ਕਿ ਅਗਰ ਵੱਛੀ ਲੈਂਦਾ ਇੱਕ ਭਾਈ, ਉਹਨੂੰ ਤਿਆਰ ਕਰਦਾ ਤੇ ਉਹ ਕੁਛ ਉਹਨੂੰ ਐਂਡ ਤੇ ਯਾਨੀ ਕਿ ਸਸਤੀ ਪਏਗੀ। यानी कि हुण जिहड़ी दुध वाली गाय है तुसीं दस रहे हो 5 लाख दी है,
ਪੈਗੀ। ਤੇ ਆਪਣੀ ਤਿਆਰ ਅਗਰ ਕਰਨਾ ਉਹ 2 ਲੱਖ ਦੀ ਖਰੀਦ ਕਰਦਾ ਨਾ, ਅਗਰ ਅੱਛੀ ਬਰੀਡ ਦੀ ਲੈਂਦਾ, ਉਹਦੀ ਅਗਰ ਦੇਖਭਾਲ ਚੰਗੀ ਕਰਦਾ, ਸਮਝੋ ਲੱਖ ਲਾ ਲਓ ਜਾਂ 1.5 ਲਾ ਲਓ ਖਰਚਾ, ਉਹਨੂੰ ਮਹਿਸੂਸ ਨਹੀਂ ਹੋਏਗਾ। ਬਿਲਕੁਲ ਲੇਕਿਨ ਉਹਦੀ ਜਿਵੇਂ ਜਾਨਵਰ ਅੱਛੀ ਕੁਆਲਿਟੀ ਦਾ ਲਏਗਾ, ਉਹ 5+ ਵੀ ਵੇਚ ਸਕਦਾ, 6 ਲੱਖ ਦਾ ਵੇਚ ਸਕਦਾ, ਉਹ ਸਮਝੋ ਉਹਦੀ ਹਾਫ ਬਚਤ ਹੈ। ਠੀਕ ਹੋ ਗਿਆ। ਵੈਸੇ ਜਿਹੜਾ ਇੱਕ ਆਮ ਬੰਦਾ ਵਾ, ਉਹ 10-12 ਜਾਨਵਰ ਐਡੇ ਮਹਿੰਗੇ ਨਹੀਂ ਲੈ ਸਕਦਾ ਮੇਰੇ ਕੋਲ। ਐਵੇਂ ਹਾਂਜੀ ਠੀਕ ਹੋ ਗਿਆ। ਅੱਛਾ ਸਰ, ਹੁਣ ਇਹ ਦੱਸੋ ਕਿ ਅਗਰ ਕੋਈ ਭਾਈ ਇਸ ਕੰਮ ਨੂੰ ਸਟਾਰਟ ਕਰਦਾ ਹੈ, ਤੇ ਕਮ ਸੇ ਕਮ ਕਿੰਨੇ ਕੁ ਜਾਨਵਰਾਂ ਤੋਂ ਸਟਾਰਟ ਕਰ ਸਕਦਾ ਹੋ? ਦੇਖੋ ਜੀ, ਜਿੰਨੇ ਤੇ ਜ਼ਿਆਦਾ ਅੱਛੇ ਲੈਵਲ ਤੇ ਜਾਣਾ, ਕਮ ਸੇ ਕਮ 10 ਬੱਚਿਆਂ ਤੇ ਪਾਵੇ ਨਾ। ਠੀਕ ਹੋ ਗਿਆ। 10 ਬੱਚਿਆਂ ਦਾ ਮੁਰਾਦ ਹੈ ਵੀ 20 ਤੋਂ 25 ਲੱਖ ਰੁਪਏ ਦਾ ਐਸਟੀਮੇਟ ਰੱਖੋ ਕਮ ਸੇ ਕਮ। ਠੀਕ ਹੋ ਅਗਰ ਗਿਆ। ਅੱਛੀਆਂ ਪਾਓਗੇ ਤਾਂ ਸਮਝੋ ਤੁਹਾਡਾ 25 ਲੱਖ ਦਾ ਐਸਟੀਮੇਟ ਹੈ। ਉਹਦੇ ਵਿੱਚ ਫਿਰ ਤੁਸੀਂ 1 ਸਾਲ ਇਨਵੈਸਟਮੈਂਟ ਵੀ ਕਰਨੀ ਹੈ, ਉਹਨਾਂ ਦਾ ਚਾਰਾ ਵਗੈਰਾ ਵਾ, ਮੁਲਾਜ਼ਮਾਂ ਤਨਖਾਹਾਂ ਨੇ। ਲੇਕਿਨ ਇਹ ਬੰਦਾ 25-30 ਲੱਖ ਰੁਪਏ ਹੋਵੇ 1 ਸਾਲ ਡੇਢ ਵਿੱਚ ਕੰਮ ਚਲਾ ਸਕਦਾ। ਲੇਕਿਨ ਉਹ 1.5 ਸਾਲ ਵਿੱਚ ਅਗਰ ਉਹ ਬੱਚੀਆਂ ਪ੍ਰੈਗਨੈਂਟ ਹੋ ਜਾਂਦੀਆਂ, ਮਤਲਬ ਤਿਆਰ ਹੋ ਜਾਂਦੀਆਂ ਨੇ ਗੱਭਣਾ, ਕਮ ਸੇ ਕਮ ਉਹਦਾ ਸਮਝੋ ਵੀ ਕੋਈ 80-90 ਲੱਖ ਦਾ ਮਾਲ ਹੈਗਾ ਸਾਲ ਬਾਅਦ। ਮਾਸ਼ਾਅੱਲਾ ਲੇਕਿਨ ਇਹ ਵੀ ਉਹ ਚੀਜ਼ ਅੱਛੀ ਲਵੇ। ਅੱਛਾ, ਹੁਣ ਇਹ ਦੱਸੋ ਸਰ ਕਿ ਦੁੱਧ ਦਾ ਜਿਹੜਾ ਟਾਈਮ ਪੀਰੀਅਡ ਆ, ਹਾਂਜੀ ਠੀਕ ਹੈ, ਹੁਣ ਜਿਵੇਂ ਬਫਲੋ ਆ, ਮੱਝਾਂ, ਉਹਨਾਂ ਦਾ ਤੇ ਟਾਈਮ ਪੀਰੀਅਡ ਘੱਟ ਹੈਗਾ, ਹਾਂਜੀ। ਇਹਨਾਂ ਦਾ ਟਾਈਮ ਪੀਰੀਅਡ ਕਿਵੇਂ ਹੈ? ਕਿੰਨਾ ਕਰਸਾ ਦੁੱਧ ਦਿੰਦੀਆਂ? ਇਹ ਜਿਹੜੀਆਂ ਹੈਗੀਆਂ ਨਾ ਸਾਰੇ ਡੈਰੀ ਵਾਲੀਆਂ ਗਾਈਂ, ਜਿਹੜੀਆਂ ਕਰਾਸ ਚ ਨਹੀਂ ਆ, ਮਤਲਬ ਇੰਪੋਰਟਡ ਫਰੀਜ਼ਨ ਨੇ, ਤੁਸੀਂ ਇਹਨਾਂ ਨੂੰ ਸਾਰਾ ਸਾਲ ਵੀ ਚੋ ਸਕਦੇ। ਅੱਛਾ ਹਾਂਜੀ, ਜਦ ਤੱਕ ਵੀ ਮਤਲਬ ਅੱਗੇ ਗੱਭਣ ਹੋ ਗਈ ਆ, ਫਿਰ ਸੌਣ ਵਾਲੀ ਆ, ਤੁਸੀਂ ਇਹਨਾਂ ਨੂੰ ਖੁਰਾਕ ਪੂਰੀ ਰੱਖੋ ਨਾ, ਤੁਹਾਡੀ ਫਿਰ ਵੀ 10 ਲੀਟਰ 12 ਲੀਟਰ ਜਾਂ 15 ਲੀਟਰ ਦੀ ਐਵਰੇਜ ਦੇਣਗੀਆਂ। ਅੱਛਾ, ਯਾਨੀ ਕਿ ਦੁੱਧ ਛੋੜਦੀਆਂ ਨਹੀਂ? ਛੋੜਦੀਆਂ ਨੇ, ਲੇਕਿਨ ਇਹ ਵੀ 2 ਮਹੀਨੇ ਛੱਡਣਾ ਜ਼ਰੂਰੀ ਆ, ਫਿਰ ਅਗਲੇ ਸੂਏ ਦਾ ਦੁੱਧ ਜਾਨਵਰ ਪੂਰਾ ਦਿੰਦਾ। ਮਤਲਬ ਬੱਚਾ ਕਮਜ਼ੋਰ ਨਹੀਂ ਹੁੰਦਾ, ਬੱਚੇ ਤੇ ਅਸਰ ਪੈਂਦਾ ਨਾ, ਆਖਰ ਜਾਨਵਰ ਦੁੱਧ ਦੇਗਾ, ਫਿਰ ਉਹ ਤੁਹਾਨੂੰ ਪਤਾ ਹੈਲਦੀ ਤਾਂ ਨਹੀਂ ਹੋਏਗਾ। ਬਿਲਕੁਲ ਬਿਲਕੁਲ। ਲੇਕਿਨ ਇਹ ਆ ਵੀ ਦੂਸਰੀਆਂ ਗਾਵਾਂ ਕੋਲੋਂ ਬਿਹਤਰ ਹੈ, 2 ਮਹੀਨਾ ਤੇ ਬੰਦਾ ਛੱਡਦਾ ਹੈ, ਮਤਲਬ ਫਿਰ ਅੱਗੇ ਸੂ ਪੈਣੀ। ਠੀਕ ਹੋ ਗਿਆ। ਅੱਛਾ ਸਰ, ਹੁਣ ਕੁੱਲ ਮਿਲਾ ਕੇ ਅਗਰ ਤੁਹਾਡੇ ਕੋਲੋਂ ਐਂਡ ਤੇ ਇੱਕ ਸਵਾਲ ਕਰੀਏ ਕਿ ਡੇਅਰੀ ਫਾਰਮ ਨੂੰ ਕਾਮਯਾਬ ਕਰਨ ਲਈ ਕਿਹੜੀ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਕਿਸੇ ਭਾਈ ਨੂੰ? ਪਹਿਲੀ ਚੀਜ਼ ਤੇ ਇਨਸਾਨ ਨੂੰ ਫੋਕਸ ਕਰਨਾ ਚਾਹੀਦਾ, ਜੇ ਤੇ ਉਹ ਕੰਮ ਕਰ ਸਕਦਾ ਤੇ ਫਿਰ ਸ਼ੁਰੂ ਕਰੇ। ਠੀਕ ਹੋ ਗਿਆ। ਪੈਸਾ ਹਰ ਬੰਦੇ ਕੋਲ ਹੈਗਾ। ਦੂਸਰੀ ਗੱਲ ਹੈ, ਅਗਰ ਉਹ ਕਰਨਾ ਚਾਹੁੰਦਾ ਵਾ ਤੇ ਅੱਛੀ ਨਸਲ ਦਾ ਇੰਤਖਾਬ ਕਰੇ। ਸਹੀ ਹੋ ਗਿਆ। ਅੱਛਾ ਮੁਲਾਜ਼ਮ ਅਗਰ ਰੱਖ ਸਕਦਾ, ਨਹੀਂ ਰੱਖ ਸਕਦਾ ਮੁਲਾਜ਼ਮ ਨਾ ਹੋਵੇ, ਲੇਕਿਨ ਇਹ ਵੀ ਉਹਨੂੰ ਪਤਾ ਹੋਵੇ ਕਿ ਮੈਂ ਕੰਮ ਤੇ ਗੌਰ ਫਿਕਰ ਕਰ ਸਕਦਾ। ਠੀਕ ਹੋ ਗਿਆ। ਅਗਰ ਉਹਦੀ ਇਨਵੈਸਟਮੈਂਟ ਹੈ ਵਾ ਤੇ ਮੇਨ ਚੀਜ਼ ਹੈਗੀ ਜਾਨਵਰ ਤਿਆਰ ਕਰਨ ਵਾਸਤੇ ਸੈਲਡ। ਠੀਕ ਹੋ ਗਿਆ। ਹਾਂਜੀ, ਲੇਕਿਨ ਜਾਨਵਰ ਨੂੰ ਇਹ ਵੀ ਮਾਹੌਲ ਅੱਛਾ ਮਿਲੇਗਾ। ਅਗਰ ਇੱਕ ਜਾਨਵਰ ਦਾ ਵੀ ਗੈਪ ਹੀ ਨਹੀਂ ਹੈ, ਵੀ ਜਗ੍ਹਾ ਤੰਗ ਆ, ਵੀ ਪੱਠੇ ਛੱਠੇ ਹੈਗੇ ਨੇ, ਲੇਕਿਨ ਬੰਦਾ ਜਦੋਂ ਜਾਨਵਰ ਖੁੱਲੇ ਜਾਨਵਰ ਤੇ ਆਪਣਾ ਮਾਹੌਲ ਹੈ। ਅੱਛਾ ਪ੍ਰੋਟੋਕੋਲ ਦਾ ਹੈਗਾ ਨਾ ਇੱਕ ਇਨਸਾਨ, ਅਗਰ ਤੇ ਕਿਸੇ ਰੱਖਣੀ ਹੈ, ਅੱਛੇ ਜਾਨਵਰ ਅੱਛੇ ਬੀ ਲਵੇ, ਅੱਛੀਆਂ ਵੈੜਾਂ ਮਤਲਬ ਰੱਖੇ, ਇੱਕ ਮਾਹੌਲ ਦਵੇ, ਤੇ ਉਹ ਤੇ ਫਾਇਦਾ ਲੈ ਸਕਦਾ। ਅਗਰ ਇੱਕ ਬੰਦਾ ਆਖੇ ਨਾ ਕਿ ਮੈਂ ਐਵੇਂ ਲੈ ਕੇ ਐਵੇਂ ਆਮ ਜੇ ਉਹਨਾਂ ਨੂੰ ਪੱਠੇ ਜੇ ਪਾਵਾਂ ਤੇ ਵੇਖਾਂ ਵੀ ਨਾ, ਜਿੱਥੇ ਬੰਨੀਆਂ ਰਹਿਣ, ਉਹ ਬੰਦਾ ਫਾਇਦਾ नहीं चुक सकता। ठीक हो गया सर, बहुत शुक्रिया जी। तो फ्रेंड्स, ये थी आज की वीडियो। उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे। तब तक अपने दोस्त शेख अब्बास को दीजिए इजाजत। अल्लाह हाफिज।